ਬੱਚੋ ਅੱਜ ਆਪਾਂ 6ਵੀਂ ਜਮਾਤ ਦਾ 6ਵਾਂ ਪਾਠ ਖੇਤੀ ਸੰਦ ਅਤੇ ਮਸ਼ੀਨਾਂ ਬਾਰੇ ਪੜਾਂਗੇ ਕਿ ਖੇਤੀ ਕਰਨ ਲੱਗੇ ਆਪਾਂ ਨੂੰ ਕਿਹੜੇ ਸੰਦਾਂ ਦੀ ਲੋੜ ਪੈਂਦੀ ਹੈ ਤੇ ਇਹਦੀ ਵਾਢੀ ਵਾਸਤੇ ਬਿਜਾਈ ਵਾਸਤੇ ਕਿਹੜੀ ਮਸ਼ੀਨਾਂ ਆਪਾਂ ਵਰਤਦੇ। ਖੇਤੀ ਵਿੱਚ ਊਰਜਾ ਤੇ ਸ਼ਕਤੀ ਦਾ ਵਿਸ਼ੇਸ਼ ਮਹੱਤਵ ਹੈ। ਖੇਤੀ ਨੂੰ ਤਿਆਰ ਕਰਨ ਅਤੇ ਬੀਜਣ ਤੋਂ ਲੈ ਕੇ ਫਸਲ ਦੀ ਕਟਾਈ, ਗਹਾਈ, ਸਫਾਈ, ਭੰਡਾਰਨ ਅਤੇ ਢੋਆ ਢੁਆਈ ਆਦਿ ਵਿੱਚ ਅਲੱਗ-ਅਲੱਗ ਮਾਤਰਾ, ਅਲੱਗ-ਅਲੱਗ ਤਰ੍ਹਾਂ ਦੀ ਸ਼ਕਤੀ ਦੀ ਵਰਤੋਂ ਕੀਤੀ ਜਾਂਦੀ ਹੈ। ਸੰਸਾਰ ਵਿੱਚ ਸਭ ਤੋਂ ਜ਼ਿਆਦਾ ਪਸ਼ੂਆਂ ਦੀ ਗਿਣਤੀ ਭਾਰਤ ਵਿੱਚ ਹੋਣ ਨਾਲ ਖੇਤੀ ਸ਼ਕਤੀ ਦਾ ਮਹੱਤਵਪੂਰਨ ਸਾਧਨ ਪਸ਼ੂ ਸ਼ਕਤੀ ਰਹੀ ਹੈ। ਮੁੱਖ ਰੂਪ ਵਿੱਚ ਬਲਦ, ਊਂਠ, ਖੱਚਰ ਖੇਤੀ ਕੰਮਾਂ ਲਈ ਲਾਹੇਵੰਦ ਸ਼ਕਤੀ ਸਾਧਨ ਹਨ। ਖੇਤੀ ਸ਼ਕਤੀ ਦਾ ਇੱਕ ਹੋਰ ਅਤੇ ਮਹੱਤਵਪੂਰਨ ਸਾਧਨ ਮਸ਼ੀਨੀ ਅਤੇ ਬਿਜਲੀ ਸ਼ਕਤੀ ਹੈ, ਜੋ ਕਿ ਟਰੈਕਟਰ, ਇੰਜਨ ਅਤੇ ਬਿਜਲੀ ਮੋਟਰਾਂ ਦੇ ਵਰਤੋਂ ਨਾਲ ਮਿਲਦੀ ਹੈ। ਸਭ ਤੋਂ ਪਹਿਲਾਂ ਟਰੈਕਟਰ ਬਾਰੇ ਪੜਾਂਗੇ। ਸਭ ਤੋਂ ਜ਼ਿਆਦਾ ਖੇਤੀ ਵਿੱਚ ਕੰਮ ਆਉਣ ਵਾਲੀ ਮਸ਼ੀਨਰੀ ਟਰੈਕਟਰ ਹੈ। ਟਰੈਕਟਰ 5 ਹਾਰਸ ਪਾਵਰ ਤੋਂ ਲੈ ਕੇ 90 ਹਾਰਸ ਪਾਵਰ ਤੱਕ ਸ਼ਕਤੀ ਪ੍ਰਦਾਨ ਕਰ ਸਕਦਾ ਹੈ। ਇਸ ਤੋਂ ਬਹੁਤ ਸਾਰੇ ਕੰਮ ਲਏ ਜਾਂਦੇ ਹਨ, ਜਿਵੇਂ ਜ਼ਮੀਨ ਦੀ ਵਹਾਈ, ਢੋਆ ਢੁਆਈ, ਜ਼ਮੀਨ ਵਿੱਚੋਂ ਪਾਣੀ ਕੱਢਣ ਲਈ ਟਿਊਬਵੈੱਲ ਚਲਾਉਣਾ ਆਦਿ। ਫਸਲਾਂ ਦੀ ਗਹਾਈ ਅਤੇ ਕੰਬਾਈਨਾਂ ਚਲਾਉਣ ਲਈ ਵੀ ਟਰੈਕਟਰ ਦੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬ ਵਿੱਚ ਲਗਭਗ 4,76,000 ਟਰੈਕਟਰ ਹਨ। ਫਿਰ ਡੀਜ਼ਲ ਇੰਜਨ। ਟਰੈਕਟਰ ਤੋਂ ਛੋਟੀ ਮਸ਼ੀਨ ਡੀਜ਼ਲ ਇੰਜਨ ਹੈ। ਇਸ ਨਾਲ ਟਿਊਬਵੈੱਲ, ਚਾਰਾ ਕੁਤਰਨ ਵਾਲਾ ਟੋਕਾ, ਦਾਣੇ ਕੱਢਣ ਵਾਲੀ ਮਸ਼ੀਨ ਆਦਿ ਚਲਾਈਆਂ ਜਾਂਦੀਆਂ ਹਨ। ਡੀਜ਼ਲ ਇੰਜਨ ਚਲਾਉਣ ਲਈ ਤੇਲ ਅਤੇ ਮੁਰੰਮਤ ਦਾ ਖਰਚਾ ਟਰੈਕਟਰ ਨਾਲੋਂ ਬਹੁਤ ਘੱਟ ਹੈ। ਜਿੱਥੇ ਘੱਟ ਸ਼ਕਤੀ ਦੀ ਲੋੜ ਹੋਵੇ ਉੱਥੇ ਟਰੈਕਟਰ ਨਾਲੋਂ ਡੀਜ਼ਲ ਇੰਜਨ ਨੂੰ ਪਹਿਲ ਦੇਣੀ ਚਾਹੀਦੀ ਹੈ। ਕਿਉਂਕਿ ਬੱਚਾ ਡੀਜ਼ਲ ਇੰਜਨ ਵਰਤਣ ਨਾਲ ਖਰਚਾ ਘੱਟ ਆਉਂਦਾ, ਇਸ ਟਰੈਕਟਰ ਦੀ ਜਗ੍ਹਾ ਜਿੱਥੇ ਵੀ ਆਪਾਂ ਇੰਜਨ ਵਰਤ ਸਕਦੇ ਉੱਥੇ ਇੰਜਨ ਦੀ ਵਰਤੋਂ ਕਰਨੀ, ਖਾਸ ਕਰਕੇ ਮੋਟਰ ਚਲਾਉਣ ਲੱਗੇ। ਫਿਰ ਬਿਜਲੀ ਨਾਲ ਚੱਲਣ ਵਾਲੀ ਮੋਟਰ। ਬਿਜਲੀ ਦੀ ਮੋਟਰ ਤੋਂ ਵੀ ਉਹੀ ਕੰਮ ਲਿਆ ਜਾਂਦਾ ਹੈ ਜਿਹੜਾ ਕਿ ਡੀਜ਼ਲ ਇੰਜਨ ਤੋਂ ਲਿਆ ਜਾਂਦਾ ਹੈ। ਇਸ ਵੇਲੇ ਪੰਜਾਬ ਵਿੱਚ 11,50,000 ਟਿਊਬਵੈੱਲ ਬਿਜਲੀ ਨਾਲ ਚੱਲਦੇ ਹਨ। ਖੇਤ ਦੀ ਤਿਆਰੀ ਲਈ ਖੇਤੀ ਸੰਦ। ਫਸਲ ਬੀਜਣ ਤੋਂ ਪਹਿਲਾਂ ਆਪਾਂ ਜਿਹੜੀ ਖੇਤ ਦੀ ਤਿਆਰੀ ਕਰਨੀ ਹੈ ਉਹਦੇ ਲਈ ਕਿਹੜੇ ਸੰਦ ਵਰਤੇ ਜਾਂਦੇ ਹਨ। ਫਸਲ ਉਗਾਉਣ ਦੀ ਸ਼ੁਰੂਆਤ ਖੇਤ ਦੀ ਤਿਆਰੀ ਨਾਲ ਹੁੰਦੀ ਹੈ। ਖੇਤ ਦੀ ਤਿਆਰੀ ਦਾ ਮੁੱਖ ਉਦੇਸ਼ ਉਸ ਦੀ ਨਮੀ ਤੋਂ ਜਜ਼ਬ ਕਰਨ ਦੀ ਸਮਰੱਥਾ ਵਧਾਉਣਾ, ਨਦੀਨ ਅਤੇ ਪਿਛਲੀ ਫਸਲ ਦੀ ਰਹਿੰਦ ਖੂੰਹਦ ਨੂੰ ਨਸ਼ਟ ਕਰਨਾ, ਹਾਨੀਕਾਰਕ ਕੀੜਿਆਂ ਅਤੇ ਉਹਨਾਂ ਦੇ ਰਹਿਣ ਵਾਲੇ ਸਥਾਨਾਂ ਨੂੰ ਨਸ਼ਟ ਕਰਨਾ ਅਤੇ ਧਰਤੀ ਨੂੰ ਭੁਰਭੁਰਾ ਬਣਾ ਕੇ ਉਸ ਨੂੰ ਬੀਜਣ ਲਈ ਤਿਆਰ ਕਰਨਾ ਅਤੇ ਖੇਤ ਨੂੰ ਪੱਧਰਾ ਕਰਨਾ ਹੈ। ਫਿਰ ਹਲ ਜਾਂ ਟਿਲਰ। ਬਲਦਾਂ ਨਾਲ ਖਿੱਚਣ ਵਾਲਾ ਹਲ ਲੱਕੜ ਦਾ ਬਣਿਆ ਹੁੰਦਾ ਹੈ, ਜਿਸ ਦੇ ਅੱਗੇ ਲੋਹੇ ਦਾ ਫਾਲਾ ਲੱਗਾ ਹੁੰਦਾ ਹੈ। ਇਸ ਨਾਲ ਸਿਆੜ ਖੁੱਲ੍ਹਦਾ ਹੈ ਅਤੇ ਨੇੜੇ ਸਿਆੜ ਕੱਢਣ ਲਈ ਸਾਰੀ ਜ਼ਮੀਨ ਵਾਹੀ ਜਾਂਦੀ ਹੈ। ਬੱਚੇ ਤੁਸੀਂ ਪਿੰਡਾਂ ਵਾਲੇ ਨੇ ਆਮ ਤੌਰ 'ਤੇ ਵੇਖਿਆ ਹੁਣ, ਪਹਿਲਾਂ ਜ਼ਿਆਦਾ ਪਸ਼ੂਆਂ ਨਾਲ ਹੀ ਵਾਹੀ ਕੀਤੀ ਜਾਂਦੀ ਅਤੇ ਇਸ ਤਰ੍ਹਾਂ ਦਾ ਹਲ ਵਰਤਿਆ ਜਾਂਦਾ ਹੈ। ਹੁਣ ਇਸ ਤਰ੍ਹਾਂ ਜ਼ਮੀਨ ਵਾਲੇ ਟਰੈਕਟਰ ਨਾਲ ਚੱਲਣ ਵਾਲਾ ਹਲ ਜਾਂ ਟਿਲਰ ਹੁੰਦਾ ਹੈ, ਜਿਸ ਦੀ ਵਰਤੋਂ ਖੇਤੀ ਦੀ ਤਿਆਰੀ ਲਈ ਕੀਤਾ ਜਾਂਦਾ ਹੈ। ਇਹ ਵਾਲਾ ਹਲ ਜਿਹੜਾ ਟਰੈਕਟਰ ਦੇ ਪਿੱਛੇ ਬਣ ਕੇ ਟਰੈਕਟਰ ਨਾਲ ਵਾਹੀ ਕੀਤੀ ਜਾਂਦੀ ਹੈ। ਫਿਰ ਕਲਟੀਵੇਟਰ ਦੀ ਵਰਤੋਂ ਮੁੱਖ ਤੌਰ 'ਤੇ ਤਵੀਆਂ ਤੋਂ ਬਾਅਦ ਦੂਜੀ ਵਾਹੀ ਲਈ ਕੀਤੀ ਜਾਂਦੀ ਹੈ, ਪਰ ਇਸ ਦੀ ਵਰਤੋਂ ਗੋਡੀ ਅਤੇ ਝੋਨੇ ਦੇ ਖੇਤ ਵਿੱਚ ਕੱਦੂ ਕਰਨ ਲਈ ਵੀ ਕੀਤੀ ਜਾਂਦੀ ਹੈ। ਇਹ ਘਾਹ ਅਤੇ ਨਦੀਨਾਂ ਦੀਆਂ ਜੜ੍ਹਾਂ ਨੂੰ ਜ਼ਮੀਨ ਦੇ ਹੇਠਾਂ ਪੁੱਟ ਕੇ ਖੇਤ ਦੇ ਕਿਨਾਰੇ ਲੈ ਆਉਂਦਾ ਹੈ। ਫਿਰ ਡਿਸਕ ਹੈਰੋ ਦੀ ਵਰਤੋਂ ਸਖਤ ਜ਼ਮੀਨ ਵਿੱਚ ਢੇਲਿਆਂ ਨੂੰ ਤੋੜਨ ਲਈ ਅਤੇ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਕੀਤੀ ਜਾਂਦੀ ਹੈ। ਨਦੀਨਾਂ ਨੂੰ ਖਤਮ ਕਰਨਾ, ਪਿਛਲੀ ਫਸਲ ਦੀ ਰਹਿੰਦ ਖੂੰਹਦ ਨੂੰ ਮਿੱਟੀ ਵਿੱਚ ਮਿਲਾਉਣਾ, ਨਮੀ ਸੰਭਾਲਣਾ ਅਤੇ ਵਾਸ਼ਪੀਕਰਨ ਨੂੰ ਰੋਕਣਾ ਆਦਿ ਇਸ ਦੇ ਹੋਰ ਕੰਮ ਹਨ। ਬੜਾ ਪਿਕਚਰ 'ਚ ਤੁਸੀਂ ਵੇਖ ਸਕਦੇ ਹੋ ਜਿਹੜੀਆਂ ਡਿਸਕ ਹੈਰੋ ਕਿੱਦਾਂ ਦੀਆਂ ਹੁੰਦੀਆਂ ਹਨ। ਪਿੰਡਾਂ ਵਿੱਚ ਇਸ ਨੂੰ ਆਮ ਤੌਰ 'ਤੇ ਤਵੀਆਂ ਕਿਹਾ ਜਾਂਦਾ ਹੈ। ਇਹ ਲੋਹੇ ਦੇ ਕਈ ਤਵੇ ਜੋੜ ਕੇ ਬਣਾਈ ਜਾਂਦੀ ਹੈ। ਜਿਸ ਜ਼ਮੀਨ ਵਿੱਚ ਘਾਹ ਫੂਸ ਜ਼ਿਆਦਾ ਹੋਵੇ ਜਾਂ ਪਹਿਲੀ ਫਸਲ ਦੀ ਰਹਿੰਦ ਖੂੰਹਦ ਜਾਂ ਜੜ੍ਹਾਂ ਜ਼ਿਆਦਾ ਹੋਣ, ਉਸ ਖੇਤ ਦੀ ਮੁੱਢਲੀ ਵਾਹੀ ਇਸ ਸੰਦ ਨਾਲ ਕੀਤੀ ਜਾਂਦੀ ਹੈ। ਫਿਰ ਉਲਟਾਵਾਂ ਹਲ, ਮੋਲਡ ਪਲਾਓ। ਇਹ ਹਲ ਲੋਹੇ ਦਾ ਬਣਿਆ ਹੁੰਦਾ ਹੈ। ਬਲਦਾਂ ਨਾਲ ਸਿਰਫ ਇੱਕ ਹੀ ਹਲ ਖਿੱਚਿਆ ਜਾਂਦਾ ਹੈ, ਜਦਕਿ ਟਰੈਕਟਰ ਨਾਲ ਚੱਲਣ ਵਾਲੇ ਇਹ 3 ਤੋਂ 6 ਹਲ ਇੱਕੋ ਸਮੇਂ ਚਲਾਏ ਜਾਂਦੇ ਹਨ। ਇਸ ਹਲ ਨਾਲ ਜ਼ਮੀਨ ਦੀ ਉੱਪਰਲੀ ਤੇ ਹੇਠਾਂ ਚਲੀ ਜਾਂਦੀ ਹੈ, ਹੇਠਲੀ ਤੇ ਉੱਪਰ ਆ ਜਾਂਦੀ ਹੈ। ਜੇ
ਪਹਿਲੀ ਫਸਲ ਵੱਢਣ ਅਤੇ ਦੂਜੀ ਫਸਲ ਬੀਜਣ ਵਿੱਚ ਵਕਫਾ ਜ਼ਿਆਦਾ ਹੋਵੇ ਤਾਂ ਉਲਟਾਵੇਂ ਹਲ ਦੀ ਵਰਤੋਂ ਨਾਲ ਕਾਫੀ ਫਾਇਦਾ ਹੁੰਦਾ ਹੈ, ਕਿਉਂਕਿ ਜਿਹੜਾ ਘਾਹ ਫੂਸ ਜ਼ਮੀਨ ਉੱਪਰ ਪਿਆ ਹੁੰਦਾ ਹੈ ਉਹ ਹੇਠਾਂ ਚਲਾ ਜਾਂਦਾ ਹੈ। ਇਹ ਗਲ ਸੜ ਕੇ ਖਾਦ ਦੇ ਤੌਰ ਤੇ ਕੰਮ ਆਉਂਦਾ ਹੈ। ਫਿਰ ਨਾਲ ਹੀ ਜ਼ਮੀਨ ਹੇਠਲੀਆਂ ਜੜ੍ਹਾਂ ਤੇ ਹੋਰ ਘਾਹ ਫੂਸ ਦੇ ਉੱਪਰ ਆ ਜਾਣ ਨਾਲ ਜ਼ਮੀਨ ਵਿਚਲੇ ਹਾਨੀਕਾਰਕ ਜੀਵਾਣੂਆਂ ਧੁੱਪ ਨਾਲ ਖਤਮ ਹੋ ਜਾਂਦੇ ਹਨ। ਫਿਰ ਸੁਹਾਗਾ, ਇਹ ਜ਼ਮੀਨ ਨੂੰ ਪੱਧਰਾ ਅਤੇ ਭੁਰਭੁਰਾ ਕਰਨ ਅਤੇ ਦਬਾਉਣ ਦੇ ਕੰਮ ਆਉਂਦਾ ਹੈ, ਤਾਂ ਕਿ ਜ਼ਮੀਨ ਵਿੱਚ ਬੀਜ ਪੋਰਨ ਸਮੇਂ ਬੀਜ ਉੱਪਰ ਭਲ ਜ਼ਿਆਦਾ ਨਾ ਪਵੇ। ਸੁਹਾਗਾ 8 ਇੰਚ ਚੌੜੇ ਅਤੇ 3 ਇੰਚ ਮੋਟੇ 2-3 ਫੱਟਿਆਂ ਨੂੰ ਜੋੜ ਕੇ ਬਣਾਇਆ ਜਾਂਦਾ ਹੈ। ਟਰੈਕਟਰ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ 10 ਫੁੱਟ ਰੱਖੀ ਜਾਂਦੀ ਹੈ, ਜਦਕਿ ਬਲਦਾਂ ਨਾਲ ਚੱਲਣ ਵਾਲੇ ਸੁਹਾਗੇ ਦੀ ਲੰਬਾਈ 6 ਫੁੱਟ ਰੱਖੀ ਜਾਂਦੀ ਹੈ। ਜਿੰਦਰਾ, ਖੇਤਾਂ ਵਿੱਚ ਵੱਟਾਂ ਪਾਉਣ ਵਾਲੇ ਸੰਦ ਨੂੰ ਜਿੰਦਰਾ ਕਿਹਾ ਜਾਂਦਾ ਹੈ। ਜਿੰਦਰਾ ਮਨੁੱਖ ਦੇ ਹੱਥਾਂ ਨਾਲ ਚਲਾਉਣ ਅਤੇ ਟਰੈਕਟਰ 'ਤੇ ਚਲਾਉਣ ਵਾਲਾ ਦੋਵੇਂ ਤਰ੍ਹਾਂ ਦਾ ਮਿਲ ਜਾਂਦਾ ਹੈ। ਆ ਵੇਖੋ ਬੱਚੋ, ਆ ਹੱਥ ਨਾਲ ਚਲਾ ਰਹੇ ਜਿਹੜਾ ਦੋ ਜਣੇ ਵਰਤੋਂ 'ਚ ਲਿਆ ਰਹੇ ਆ, ਇਹ ਜਿੰਦਰਾ ਆਪਾਂ ਵੱਟਾਂ ਪਾਉਣ ਲਈ ਵਰਤਦੇ ਹਾਂ। ਉਸ ਤਰ੍ਹਾਂ ਹੀ ਟਰੈਕਟਰ ਨਾਲ ਵੀ ਆਪਾਂ ਜਿੰਦਰਾ ਵਰਤ ਸਕਦੇ ਹਾਂ, ਉਹਦੀ ਫੋਟੋ ਤੁਹਾਨੂੰ ਵਿਖਾਈ ਗਈ ਹੈ। ਇਸ ਤਰ੍ਹਾਂ ਦਾ ਜਿੰਦਰਾ ਹੁੰਦਾ ਹੈ ਟਰੈਕਟਰ ਲਈ ਵਰਤਣ। ਫਿਰ ਤਵੇਦਾਰ ਹਲ, ਇਸ ਹਲ ਦਾ ਮੁੱਖ ਉਦੇਸ਼ ਮਿੱਟੀ ਨੂੰ ਕੱਟਣਾ ਅਤੇ ਭੁਰਭੁਰਾ ਬਣਾ ਕੇ ਫਲਟ ਦੇਣਾ ਹੈ। ਸਖਤ ਅਤੇ ਪਥਰੀਲੀ ਜ਼ਮੀਨ ਵਿੱਚ ਅਤੇ ਪਿਛਲੀ ਫਸਲ ਦੇ ਕੱਟਣ ਤੋਂ ਬਾਅਦ ਇਹਨਾਂ ਹਲਾਂ ਦੀ ਵਰਤੋਂ ਜ਼ਿਆਦਾ ਲਾਭਦਾਇਕ ਹੁੰਦੀ ਹੈ। ਇਸ ਪ੍ਰਕਾਰ ਦੇ ਹਲ ਵਿੱਚ ਮੋਲਡ ਬੋਰਡ ਦੀ ਜਗ੍ਹਾ ਤਵੇ ਲੱਗੇ ਹੁੰਦੇ ਹਨ। ਆ ਫੋਟੋ ਵੇਖੋ ਬੱਚੋ, ਇਸ ਤਰ੍ਹਾਂ ਦਾ ਹੈ ਤਵੇਦਾਰ ਹਲ ਹੁੰਦੇ ਆ। ਇਹ ਹਲ ਪਸ਼ੂਆਂ ਅਤੇ ਟਰੈਕਟਰਾਂ ਦੁਆਰਾ ਚਲਾਏ ਜਾ ਸਕਦੇ ਹਨ। ਤਵਿਆਂ ਦੀ ਸੰਖਿਆ 1 ਤੋਂ 6 ਡਿਸਕ ਤੱਕ ਹੋ ਸਕਦੀ ਹੈ। ਫਿਰ ਰੋਟਾਵੇਟਰ, ਰੋਟਾਵੇਟਰ ਮਿੱਟੀ ਨੂੰ ਭੁਰਭੁਰਾ ਬਣਾ ਕੇ ਬਿਜਾਈ ਦੇ ਲਈ ਤਿਆਰ ਕਰਨ ਦੇ ਕੰਮ ਆਉਂਦਾ ਹੈ। ਇਹ ਪਹਿਲੀ ਅਤੇ ਦੂਜੀ ਵਾਹੀ ਦੋਹਾਂ ਦੇ ਲਈ ਹੀ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ। ਟਰੈਕਟਰ ਨਾਲ ਚੱਲਣ ਵਾਲੇ ਰੋਟਾਵੇਟਰ ਦੀ ਮਦਦ ਨਾਲ ਹਲ ਅਤੇ ਹੈਰੋ ਨਾਲ ਵਾਹੀ ਦੀ ਲੋੜ ਨਹੀਂ ਰਹਿੰਦੀ ਅਤੇ ਜ਼ਮੀਨ ਬਿਜਾਈ ਦੇ ਲਈ ਤਿਆਰ ਹੋ ਜਾਂਦੀ ਹੈ। ਆ ਬੱਚੋ ਰੋਟਾਵੇਟਰ ਦੀ ਫੋਟੋ ਹੈ। ਫਿਰ ਲੇਜ਼ਰ ਲੈਵਲਰ, ਜਿਹੜੀ ਜ਼ਮੀਨ ਪੱਧਰੀ ਨਾ ਹੋਵੇ ਉਹਨੂੰ ਪੱਧਰ ਕਰਨ ਲਈ ਆਪਾਂ ਲੇਜ਼ਰ ਲੈਵਲਰ ਵਰਤਦੇ। ਲੇਜ਼ਰ ਲੈਵਲਰ ਜ਼ਮੀਨ ਨੂੰ ਪੱਧਰ ਕਰਨ ਦੀ ਅਤ ਆਧੁਨਿਕ ਤਰੀਕਾ ਹੈ। ਇਸ ਵਿੱਚ ਲੇਜ਼ਰ ਕਿਰਨਾਂ ਦੀ ਵਰਤੋਂ ਨਾਲ ਟਰੈਕਟਰ ਵਿੱਚ ਮਿੱਟੀ ਖੁਰਚਣ ਵਾਲੇ ਬਲੇਡਾਂ ਨੂੰ ਖੁਦ ਉੱਚਾ ਨੀਵਾਂ ਕਰਨਾ ਸੰਭਵ ਹੁੰਦਾ ਹੈ। ਲੇਜ਼ਰ ਲੈਵਲਰ ਵਿੱਚ ਇੱਕ 3 ਟੰਗਾਂ ਵਾਲਾ ਸਟੈਂਡ ਤੇ ਲੇਜ਼ਰ ਟਰਾਂਸਮਿਟਰ ਲੱਗਿਆ ਹੁੰਦਾ ਹੈ, ਜਿਸ ਨਾਲ ਖੇਤ ਨੂੰ ਉੱਪਰਲੇ ਤਲੇ ਜਾਂ ਹਿੱਸੇ ਦੀ ਜਾਣਕਾਰੀ ਮਿਲਦੀ ਹੈ। ਆ ਤੁਸੀਂ ਫੋਟੋ 'ਚ ਵੇਖ ਰਹੇ ਹੋ। ਇਹ ਜਾਣਕਾਰੀ ਰਾਹੀਂ ਟਰੈਕਟਰ ਉੱਚੀ ਜਗ੍ਹਾ 'ਤੇ ਮਿੱਟੀ ਪੁੱਟ ਕੇ ਨੀਵੇਂ ਥਾਂ 'ਤੇ ਪਾਉਂਦਾ ਅਤੇ ਜ਼ਮੀਨ ਸਮਤਲ, ਜਿਹਨੂੰ ਪੱਧਰੀ ਕਹਿੰਦੇ, ਪੱਧਰੀ ਹੋ ਜਾਂਦੀ ਹੈ। ਫਿਰ ਮਸ਼ੀਨਾਂ ਦੁਆਰਾ ਬਿਜਾਈ, ਕਿ ਕਿਹੜੀ ਮਸ਼ੀਨਾਂ ਨਾਲ ਆਪਾਂ ਬਿਜਾਈ ਕਰ ਸਕਦੇ ਹਾਂ। ਅਲੱਗ-ਅਲੱਗ ਫਸਲਾਂ ਦੀ ਬਿਜਾਈ ਦੀ ਵਿਧੀਆਂ ਨੂੰ ਉਹਨਾਂ ਦੇ ਬੀਜ ਦੇ ਆਕਾਰ, ਪ੍ਰਕਾਰ ਅਤੇ ਖੇਤੀ ਦੇ ਆਧਾਰ 'ਤੇ ਅਲੱਗ-ਅਲੱਗ ਹੁੰਦੀ ਹੈ। ਬੱਚੋ ਜਿਸ ਤਰ੍ਹਾਂ ਦੀ ਫਸਲ ਬੀਜ ਰਹੇ ਜਾਂ ਉਸ ਬੀਜ ਦਾ ਆਕਾਰ ਕਿੱਦਾਂ ਦਾ ਜਾਂ ਕਿਸਮ ਕਿੱਦਾਂ ਦੀਆਂ, ਉਹਦੇ ਮੁਤਾਬਿਕ ਅਲੱਗ-ਅਲੱਗ ਮਸ਼ੀਨਾਂ ਵਰਤੀਆਂ ਜਾਂਦੀਆਂ। ਕੁਝ ਫਸਲਾਂ ਦੀ ਬਿਜਾਈ ਛੱਟਾ ਜਾਂ ਬੀਜ ਅਤੇ ਖਾਦ ਡਰਿਲਾਂ ਦੁਆਰਾ ਕੀਤੀ ਜਾਂਦੀ ਹੈ, ਜਿਵੇਂ ਕਣਕ, ਛੋਲੇ, ਸਰੋਂ, ਬਾਜਰਾ, ਮੂੰਗੀ, ਜਵਾਰ, ਗਵਾਰ ਆਦਿ। ਇਹਨਾਂ ਸਾਰੀਆਂ ਫਸਲਾਂ ਦੀ ਆਪਾਂ ਬਿਜਾਈ ਜਿਹੜੀ ਛੱਟੇ ਨਾਲ ਜਾਂ ਬੀਜ ਤੇ ਖਾਦ ਡਰਿਲਾਂ ਨਾਲ ਕੀਤੀ ਜਾਂਦੀ ਹੈ। ਅਤੇ ਕੁਝ ਫਸਲਾਂ ਦੀ ਬਿਜਾਈ ਟਰਾਂਸਪਲਾਂਟਰ ਮਸ਼ੀਨਾਂ ਦੁਆਰਾ ਕੀਤੀ ਜਾਂਦੀ ਹੈ, ਜਿਵੇਂ ਝੋਨਾ। ਕੁਝ ਫਸਲਾਂ ਦੀ ਬਿਜਾਈ ਵਿੱਚ ਕਤਾਰ ਦੀ ਦੂਰੀ ਦੇ ਨਾਲ ਪੌਦੇ ਦੀ ਸਹੀ ਦੂਰੀ ਵੀ ਰੱਖੀ ਜਾਂਦੀ ਹੈ। ਇਸ ਤਰ੍ਹਾਂ ਬਾਕੀ ਹੋਰ ਫਸਲਾਂ ਜਿਵੇਂ ਕਿ ਮੂੰਗਫਲੀ, ਅਰੰਡ, ਮੱਕੀ ਆਦਿ ਲਈ ਵੱਖ-ਵੱਖ ਬਿਜਾਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਆ ਬੱਚੋ ਵੱਖ-ਵੱਖ ਮਸ਼ੀਨਾਂ ਨੇ। ਜਿਹੜਾ ਪਹਿਲਾ ਸੀਡ ਡਰਿਲ, ਦੂਜਾ ਜਿਹੜਾ ਆਪਾਂ ਝੋਨੇ ਦੀ ਜਦੋਂ ਬਿਜਾਈ ਕਰਦੇ ਉਹਦੇ ਵਾਸਤੇ ਜਿਹੜਾ ਟਰਾਂਸਪਲਾਂਟਰ ਵਰਤਿਆ ਜਾਂਦਾ, ਅਤੇ ਆਹ ਆਪਣੇ ਮੂੰਗਫਲੀ, ਅਰੰਡ ਵਾਸਤੇ ਜਿਹੜੀ ਵਰਤੋਂ 'ਚ ਲਿਆਂਦੀ ਜਾਂਦੀ ਮਸ਼ੀਨ। ਬਿਜਾਈ ਲਈ ਆਧੁਨਿਕ ਮਸ਼ੀਨਾਂ, ਕਣਕ ਦੀ ਬਿਜਾਈ ਲਈ ਜ਼ੀਰੋ ਟਿਲ ਡਰਿਲ ਅਤੇ ਬੈਂਡ ਪਲਾਂਟਰ ਵਿਕਸਿਤ ਕੀਤੇ ਜਾਂਦੇ ਹਨ। ਨਰਮੇ ਅਤੇ ਕਪਾਹ ਦੀ ਬਿਜਾਈ ਲਈ ਕਾਟਨ ਪਲਾਂਟਰ, ਆਲੂ ਦੀ ਬਿਜਾਈ ਲਈ ਪੋਟੈਟੋ ਪਲਾਂਟਰ ਅਤੇ ਗੰਨੇ ਦੀ ਬਿਜਾਈ ਲਈ ਸ਼ੂਗਰ ਕੈਨ ਪਲਾਂਟਰ ਦੀ ਵਰਤੋਂ ਕੀਤੀ ਜਾਂਦੀ ਹੈ। ਅਲੱਗ-ਅਲੱਗ ਸਬਜ਼ੀਆਂ ਲਈ ਵੈਜੀਟੇਬਲ ਪਲਾਂਟਰ ਦਾ ਵੀ ਨਿਰਮਾਣ ਕੀਤਾ ਗਿਆ ਹੈ। ਆ ਵੇਖੋ ਬੱਚੋ ਪਲਾਂਟਰ ਜਿਹੜੀ ਬੱਚੋ ਐਸੀ ਹੈ ਤੁਹਾਨੂੰ ਬਿਜਾਈ ਦੀ ਮਸ਼ੀਨਾਂ ਦੀ ਬਾਰੇ ਜਾਣਕਾਰੀ।
ਅਤੇ ਅਗਲੇ ਵੀਡੀਓ ਵਿੱਚ ਤੁਹਾਨੂੰ ਮੈਂ ਇਸ ਪਾਠ ਦਾ ਬਾਕੀ ਹਿੱਸਾ ਵੀ ਦੱਸਾਂਗਾ। ਹੋਰ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ ਜਾਏਗੀ। ਇਸ ਵੀਡੀਓ ਨੂੰ ਤੁਸੀਂ ਚੰਗੀ ਤਰ੍ਹਾਂ ਸੁਣ ਲੈਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਤੁਹਾਨੂੰ ਅਗਲੀ ਵੀਡੀਓ ਸਮੇਂ ਸਿਰ ਪਹੁੰਚ ਸਕੇ। ਧੰਨਵਾਦ ਜੀ।